तो ये जो पिता है मृतक के और भाई है, इन दोनों ने ही अपना ये बात स्वीकार की है कि इन्होंने 1,20,000 रुपये की फिरौती देकर ये अपना, क्योंकि पूरा गांव शादी में गया हुआ था तो गांव का कोई भी व्यक्ति खेत में या उसके आसपास कोई नहीं था, तो जैसे ही वो मृतक खेत में गया उसके पीछे फिर ये लड़के गए और उन्होंने घटना को अंजाम दिया। ਪਿੰਡ ਦੇ ਵਿੱਚ ਵਿਆਹ ਸੀ ਅਤੇ ਸਾਰੇ ਪਿੰਡ ਵਾਲੇ ਉਸ ਵਿਆਹ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਚਲੇ ਗਏ, ਪਰ ਜਗਵਿੰਦਰ ਅਤੇ ਉਸਦੇ ਪਰਿਵਾਰ ਦੇ ਵਿੱਚ ਕੁਝ ਹੋਰ ਹੀ ਚੱਲ ਰਿਹਾ ਸੀ। ਉਹ ਮੁੰਡਾ ਜਿਹਦਾ ਰਿਸ਼ਤਾ 16 ਦਿਨ ਪਹਿਲਾਂ ਹੋਇਆ ਸੀ, ਆਪਣੇ ਇਸ ਰਿਸ਼ਤੇ ਨੂੰ ਲੈ ਕੇ ਬਹੁਤ ਖੁਸ਼ ਸੀ ਅਤੇ ਉਸ ਦਾ ਨਾਮ ਜਗਵਿੰਦਰ ਸਿੰਘ ਸੀ। ਆਪਣੀ ਪ੍ਰੇਮਿਕਾ ਦੇ ਨਾਲ ਇਹ ਰਿਸ਼ਤਾ ਹੋਣ ਕਰਕੇ ਉਸਨੇ ਸੋਚਿਆ ਸੀ ਕਿ ਮੈਂ ਆਪਣੀ ਜ਼ਿੰਦਗੀ ਸਵਾਰ ਲਵਾਂਗਾ ਅਤੇ ਹੁਣ ਆਪਣੇ ਹਿੱਸੇ ਦੀ ਜ਼ਮੀਨ ਲੈ ਕੇ ਨਵਾਂ ਘਰ ਪਾ ਕੇ ਨਵੀਂ ਦੁਨੀਆ ਵਸਾ ਕੇ ਰਹਾਂਗਾ। ਆਪਣੇ ਪਿਤਾ ਦੇ ਸਾਹਮਣੇ ਉਸਨੇ ਇਹ ਮੰਗ ਰੱਖੀ ਕਿ ਆਪਣੇ ਕੋਲ 23 ਏਕੜ ਦੀ ਜ਼ਮੀਨ ਹੈ ਤੇ ਉਸ ਦੇ ਵਿੱਚ ਮੇਰਾ ਹਿੱਸਾ 11 ਏਕੜ ਦਾ ਬਣਦਾ ਹੈ ਤੇ ਉਹ ਮੈਨੂੰ ਦੇ ਦਿੱਤਾ ਜਾਵੇ। ਅਵਤਾਰ ਸਿੰਘ ਜੋ ਕਿ ਇਸ ਮੁੰਡੇ ਦਾ ਸਕਾ ਪਿਓ ਸੀ, ਸੁਣ ਕੇ ਹੈਰਾਨੀ ਹੁੰਦੀ ਹੈ ਕਿ ਆਪਣੇ ਹੱਥਾਂ ਦੇ ਨਾਲ ਪਾਲੇ ਹੋਏ ਬੱਚੇ ਨੂੰ ਕੋਈ ਇਸ ਤਰੀਕੇ ਦੇ ਨਾਲ ਵੀ ਬੇਰਹਿਮੀ ਦੇ ਨਾਲ ਮਾਰ ਸਕਦਾ। ਇੱਕ ਪਿਓ ਨੇ ਆਪਣੇ ਪੁੱਤ ਨੂੰ ਵੀ ਇਸ ਪੂਰੇ ਮਾਮਲੇ ਦੇ ਵਿੱਚ ਰਲਾ ਲਿਆ ਅਤੇ ਆਪਣੇ ਛੋਟੇ ਪੁੱਤ ਦਾ ਖੂਨ ਕਰ ਦਿੱਤਾ। ਇਸ ਦੇ ਵਿੱਚ ਪਤਾ ਹੀ ਲੱਗਿਆ ਕਿ ਜਦੋਂ ਪਿੰਡ ਦੇ ਵਿੱਚ ਵਿਆਹ ਚੱਲ ਰਿਹਾ ਸੀ ਤਾਂ ਬਹੁਤੇ ਲੋਕ ਉਸ ਵਿਆਹ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਚਲੇ ਗਏ। ਜਨਵਰੀ ਦਾ ਮਹੀਨਾ ਸੀ, ਠੰਡ ਦਾ, ਤੇ ਲੋਕ ਵੀ ਘਰਾਂ ਤੋਂ ਬਾਹਰ ਜ਼ਿਆਦਾਤਰ ਰਾਤ ਨੂੰ ਨਹੀਂ ਨਿਕਲਦੇ। ਖੇਤਾਂ ਵਾਲੇ ਪਾਸੇ ਜਗਵਿੰਦਰ ਸਿੰਘ ਨੂੰ ਕਿਹਾ ਗਿਆ ਕਿ ਆਪਣੀ ਵਾਰੀ ਹੈ ਪਾਣੀ ਲਗਾਉਣਗੇ ਤੇ ਤੂੰ ਉੱਥੇ ਚਲਾ ਜਾ। ਉਸ ਦੇ ਪਿੱਛੇ ਹੀ ਪਿੰਡ ਦੇ 2 ਬੰਦਿਆਂ ਨੂੰ ਤਿਆਰ ਕਰਕੇ ਭੇਜ ਦਿੱਤਾ ਗਿਆ, ਮਹਿਜ਼ 20,000 ਰੁਪਏ ਦੇ ਕੇ, ਅਤੇ 20,000 ਦੇ ਵਿੱਚ ਇੱਕ ਪਿਓ ਨੇ ਆਪਣੇ ਪੁੱਤ ਨੂੰ ਮਰਵਾ ਦਿੱਤਾ। ਉਹਨਾਂ ਦੇ ਕੋਲੋਂ ਮਰਵਾਉਣ ਤੋਂ ਬਾਅਦ ਜਦੋਂ ਪਿੰਡ ਦੇ ਵਿੱਚ ਰੌਲਾ ਪਿਆ ਤਾਂ ਪਿਤਾ ਨੇ ਕਿਹਾ ਕਿ ਪਤਾ ਨਹੀਂ ਮੇਰੇ ਨਾਲ ਇਹ ਕਿਉਂ ਹੋ ਗਿਆ। ਜਿਹੜੀ ਸਾਜ਼ਿਸ਼ ਉਸਨੇ ਰਚੀ ਸੀ ਆਪਣੇ ਪੁੱਤ ਨੂੰ ਮਾਰਨ ਦੀ, ਉਹ ਉਸ ਦੇ ਵਿੱਚ ਕਾਮਯਾਬ ਹੋਇਆ ਤੇ ਫਿਰ ਪੁਲਿਸ ਦੇ ਸਾਹਮਣੇ ਝੂਠੀਆਂ ਕਹਾਣੀਆਂ ਸੁਣਾਉਣ ਲੱਗ ਪਿਆ। ਇਸ ਮਗਰੋਂ ਪੁਲਿਸ ਨੇ ਆਪਣੇ ਤਰੀਕੇ ਦੇ ਨਾਲ ਪੁੱਛਗਿੱਛ ਕਰਨੀ ਸ਼ੁਰੂ ਕੀਤੀ। ਹਾਲਾਂਕਿ ਪਿਓ ਨੇ ਕਿਹਾ ਸੀ ਕਿ ਮੈਨੂੰ ਪਿੰਡ ਦੇ ਹੀ ਕਿਸੇ ਬੰਦਿਆਂ ਦੇ ਉੱਪਰ ਸ਼ੱਕ ਹੈ। ਪੁਲਿਸ ਨੇ ਉਸ ਐਂਗਲ ਤੋਂ ਵੀ ਸਾਰੀ ਜਾਂਚ ਪੜਤਾਲ ਕੀਤੀ, ਪਰ ਪਿੰਡ ਦੇ ਵਿੱਚ ਗੱਲਬਾਤ ਕਰਦੇ ਹੋਏ ਪਤਾ ਲੱਗ ਗਿਆ ਕਿ ਪਿਓ ਪੁੱਤ ਦੀ ਆਪਸ ਦੇ ਵਿੱਚ ਅਣਬਣ ਚੱਲ ਰਹੀ ਸੀ, ਕਿਉਂਕਿ ਮੁੰਡੇ ਨੇ ਲਵ ਮੈਰਿਜ ਕਰਨੀ ਸੀ ਅਤੇ ਉਸ ਦਾ ਰਿਸ਼ਤਾ ਵੀ ਤੈਅ ਹੋ ਚੁੱਕਿਆ ਸੀ। ਇੱਕ ਇਹੋ ਜਿਹਾ ਪਿਓ ਹੈ ਜਿਹਨੇ ਪਹਿਲਾਂ ਤਾਂ ਮਰਜ਼ੀ ਦੇ ਨਾਲ ਪੁੱਤ ਦਾ ਰਿਸ਼ਤਾ ਪੱਕਾ ਕਰਵਾ ਦਿੱਤਾ ਅਤੇ ਹੁਣ ਪੁੱਤ ਦੀਆਂ ਖੁਸ਼ੀਆਂ ਉਸ ਦੇ ਕੋਲੋਂ ਬਰਦਾਸ਼ਤ ਹੀ ਨਹੀਂ ਹੋ ਰਹੀਆਂ ਸੀ। 5 ਮਹੀਨੇ ਬਾਅਦ ਜਗਵਿੰਦਰ ਨੇ 29 ਸਾਲ ਦਾ ਹੋਣਾ ਸੀ ਅਤੇ ਉਹੀ ਦਿਨਾਂ ਦੇ ਵਿੱਚ ਉਹਨੇ ਆਪਣਾ ਵਿਆਹ ਵੀ ਰੱਖ ਲਿਆ। ਉਸ ਨੂੰ ਇਹ ਸੀ ਕਿ ਆਪਣੀ ਪਤਨੀ ਨੂੰ ਲੈ ਕੇ ਉਹ ਇੱਕ ਨਵੀਂ ਵਧੀਆ ਜ਼ਿੰਦਗੀ ਸ਼ੁਰੂ ਕਰੇਗਾ, ਪਰ ਉਸ ਦੇ ਪਿਓ ਨੇ ਇਹ ਸਾਰੀਆਂ ਖੁਸ਼ੀਆਂ ਨੂੰ ਮਿੱਟੀ ਦੇ ਵਿੱਚ ਰੋਲ ਦਿੱਤਾ। ਆਪਣੇ ਦੂਸਰੇ ਪੁੱਤ ਨੂੰ ਵੀ ਇਸ ਦੇ ਵਿੱਚ ਰਲਾਇਆ ਅਤੇ ਜਗਵਿੰਦਰ ਨੂੰ ਮਾਰ ਦਿੱਤਾ। ਘਰ ਦੇ ਵਿੱਚ ਉਸ ਔਰਤ ਦਾ ਕੀ ਹਾਲ ਹੋਣਾ ਜਿਹਦਾ ਪਤੀ, ਪੁੱਤ ਅਤੇ ਛੋਟਾ ਪੁੱਤ ਇਸ ਹਾਲਾਤਾਂ ਦੇ ਵਿੱਚ ਹੁਣ ਮਰ ਮੁੱਕ ਗਏ ਹੋਣ ਜਾਂ ਫਿਰ ਜੇਲ੍ਹਾਂ ਦੇ ਵਿੱਚ ਸੜ ਰਹੇ ਹੋਣ, ਸਿਰਫ ਇਸ ਕਰਕੇ ਕਿ ਇਸ ਪਿਓ ਦੀ ਘਟੀਆ ਸੋਚ ਸੀ। ਉਹਨੂੰ ਕਿਸੇ ਨੇ ਸਹੀ ਸਮੇਂ ਤੇ ਰੋਕਿਆ ਨਹੀਂ, ਉਹਨੂੰ ਕਿਸੇ ਨੇ ਇਹ ਨਹੀਂ ਕਿਹਾ ਕਿ ਆਪਣੇ ਪੁੱਤ ਦਾ ਬਣਦਾ ਹੱਕ ਤੂੰ ਦੇ ਦੇ, ਜਾਂ ਫਿਰ ਜੇ ਤੂੰ ਉਸ ਨੂੰ ਬਰਦਾਸ਼ਤ ਹੀ ਨਹੀਂ ਕਰਦਾ ਤਾਂ ਉਸ ਦੇ ਸਾਹਮਣੇ ਇਹ ਸਾਰਾ ਦਿਖਾਵਾ ਨਾ ਕੀਤਾ ਜਾਵੇ, ਉਸ ਨੂੰ ਮਨਾ ਕਰ ਦਿੱਤਾ ਜਾਵੇ ਕਿ ਉਹ ਵਿਆਹ ਹੀ ਨਾ ਕਰਾਵੇ, ਜਾਂ ਫਿਰ ਇਹ ਕਰ ਲੈਂਦਾ ਕਿ ਮੁੰਡੇ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੰਦਾ। ਪਰ ਉਹ ਚਾਹੁੰਦਾ ਸੀ ਕਿ ਮੈਂ ਦੁਨੀਆ ਦੇ ਸਾਹਮਣੇ ਵੀ ਇੱਕ ਚੰਗਾ ਪਿਓ ਦਿਖਾਂ ਅਤੇ ਆਪਣੇ ਬੱਚਿਆਂ ਦੇ ਅੱਖਾਂ ਦੇ ਵਿੱਚ ਵੀ ਇੱਕ ਚੰਗਾ ਪਿਓ ਬਣ ਕੇ ਰਹਾਂ। ਪਰ ਅਸਲ ਦੇ ਵਿੱਚ ਉਹ ਚੰਗਾ ਕਿਸੇ ਪਾਸਿਓਂ ਵੀ ਨਹੀਂ ਸੀ। ਆਪਣੇ ਹੀ ਮਾਸੂਮ ਬੱਚੇ ਦੀ ਜਾਨ ਲੈ ਲਈ ਅਤੇ ਉਸ ਤੋਂ ਬਾਅਦ ਉਸ ਦੀ ਅੱਖਾਂ ਦੇ ਵਿੱਚ ਮਗਰਮੱਛ ਦੇ ਹੰਝੂ ਸੀ, ਪਰ ਪੁਲਿਸ ਨੇ ਉਸ ਨੂੰ ਫੜ ਲਿਆ ਅਤੇ ਹੁਣ ਬਣਦੀ ਸਜ਼ਾ ਦਿੱਤੀ ਜਾਣੀ ਹੈ। ਏਐਸਪੀ ਸਿੰਗਲਾ ਨੇ ਦੱਸਿਆ ਕਿ ਪੁਲਿਸ ਨੂੰ 18 ਜਨਵਰੀ ਦੀ ਸ਼ਾਮ 7 ਵਜੇ ਵਾਰਦਾਤ ਦੀ ਸੂਚਨਾ ਮਿਲੀ ਸੀ ਅਤੇ ਮ੍ਰਿਤਕ ਜਗਵਿੰਦਰ ਦੇ ਪਿਤਾ ਅਵਤਾਰ ਸਿੰਘ ਦੀ ਸ਼ਿਕਾਇਤ ਤੇ ਹੀ ਪੁਲਿਸ ਨੇ ਇਹ ਸਾਰਾ ਕੇਸ ਦਰਜ ਕੀਤਾ ਸੀ। ਸ਼ੁਰੂਆਤੀ ਸਮੇਂ ਦੇ ਵਿੱਚ ਪਿਤਾ ਅਵਤਾਰ ਅਤੇ ਭਰਾ ਤਰਨਜੀਤ ਨੇ ਪੁਲਿਸ ਨੂੰ ਗੁੰਮਰਾਹ ਕੀਤਾ, ਬਹੁਤ ਕੋਸ਼ਿਸ਼ਾਂ ਕੀਤੀਆਂ, ਪਰ ਫਿਰ ਉਸ ਤੋਂ ਬਾਅਦ ਪਿਤਾ ਤੇ ਹੀ ਸ਼ੱਕ ਹੋਣ ਲੱਗ ਪਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਆਪਣੇ ਪੱਧਰ ਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਜਗਵਿੰਦਰ ਦੇ ਪਿਤਾ ਅਤੇ ਭਰਾ ਨੂੰ ਹਿਰਾਸਤ ਦੇ ਵਿੱਚ ਲੈ ਕੇ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਦੋਵਾਂ ਨੇ ਸਭ ਕੁਝ ਉਗਲ ਦਿੱਤਾ। ਪੁੱਛ ਪੜਤਾਲ ਦੇ ਵਿੱਚ ਪਿਤਾ ਅਤੇ ਪੁੱਤ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਦੇ ਚੱਲਦੇ ਹੋਏ ਸਾਡੇ ਘਰ ਦੇ ਵਿੱਚ ਲੜਾਈ ਚੱਲ ਰਹੀ ਸੀ। ਜਗਵਿੰਦਰ ਆਪਣੀ ਪ੍ਰੇਮਿਕਾ ਦੇ ਨਾਲ ਵਿਆਹ ਕਰਵਾ ਕੇ ਅਲੱਗ ਰਹਿਣਾ ਚਾਹੁੰਦਾ ਸੀ ਅਤੇ ਇਸ ਦੇ ਲਈ ਉਹ ਜ਼ਮੀਨ ਦੇ ਵਿੱਚੋਂ ਹਿੱਸਾ ਮੰਗ ਰਿਹਾ ਸੀ। ਪੁਲਿਸ ਦੇ ਮੁਤਾਬਕ ਇਸੇ ਗੱਲ ਨੂੰ ਲੈ ਕੇ ਅਵਤਾਰ ਅਤੇ ਤਰਨਜੀਤ ਨੇ
20 ਦਿਨ ਪਹਿਲਾਂ ਹੀ ਜਗਵਿੰਦਰ ਨੂੰ ਮਾਰਨ ਦੀ ਸਾਰੀ ਪਲੈਨਿੰਗ ਬਣਾ ਲਈ ਸੀ ਅਤੇ ਦਿਨ ਉਹ ਚੁਣਿਆ ਗਿਆ ਜਦੋਂ ਪਿੰਡ ਦੇ ਵਿੱਚ ਕਿਸੇ ਹੋਰ ਦਾ ਵਿਆਹ ਰੱਖਿਆ ਹੋਇਆ ਸੀ ਤਾਂ ਕਿ ਬਹੁਤੇ ਲੋਕ ਉੱਥੇ ਮਸਰੂਫ ਹੋਣ ਅਤੇ ਇੱਧਰ ਵਾਰਦਾਤ ਦੇ ਬਾਰੇ ਕਿਸੇ ਨੂੰ ਪਤਾ ਹੀ ਨਾ ਚੱਲੇ। ਪਿੰਡ ਦੇ ਵਿੱਚੋਂ ਹੀ 2 ਬੰਦੇ ਜਿਨ੍ਹਾਂ ਨੂੰ 20,000 ਰੁਪਏ ਦੇ ਕੇ ਇਹ ਪੂਰੀ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ। ਪੁੱਛਗਿੱਛ ਦੇ ਵਿੱਚ ਪਤਾ ਲੱਗਦਾ ਹੈ ਕਿ 18 ਜਨਵਰੀ ਨੂੰ ਵਿਆਹ ਦੇ ਮੌਕੇ ਤੇ ਹੀ ਰਾਤ ਸਮੇਂ ਖੇਤਾਂ ਦੇ ਵਿੱਚ ਗਿਆ ਸੀ ਜਗਵਿੰਦਰ ਅਤੇ ਉੱਥੇ ਹੀ ਉਸ ਨੂੰ ਮਾਰ ਦਿੱਤਾ ਗਿਆ। ਜਗਵਿੰਦਰ ਦੇ ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਪਰਿਵਾਰ ਦੇ ਲੋਕ ਭੋਗ ਤੇ ਗਏ ਹੋਏ ਸੀ ਅਤੇ ਖੇਤਾਂ ਦੇ ਵਿੱਚ ਪਾਣੀ ਦੇਣ ਦੀ ਵਾਰੀ ਸੀ, ਜਿਸ ਦੇ ਲਈ ਜਗਵਿੰਦਰ ਉੱਥੇ ਗਿਆ ਸੀ। ਕਾਫੀ ਦੇਰ ਤੱਕ ਉਹ ਵਾਪਸ ਨਾ ਆਇਆ ਤਾਂ ਸ਼ਾਮ ਕਰੀਬ 5 ਵਜੇ ਮਜ਼ਦੂਰ ਉਸ ਨੂੰ ਦੇਖਣ ਦੇ ਲਈ ਭੇਜੇ ਗਏ ਸਨ ਅਤੇ ਫਿਰ ਪਤਾ ਲੱਗਦਾ ਹੈ ਕਿ ਜਗਵਿੰਦਰ ਖੂਨ ਦੇ ਨਾਲ ਲਥਪਥ ਉੱਥੇ ਡਿੱਗਿਆ ਪਿਆ ਹੈ। ਇਸ ਤੋਂ ਬਾਅਦ ਲੋਕ ਮੌਕੇ ਤੇ ਪਹੁੰਚਦੇ ਨੇ। ਇੱਕ ਕਮਰੇ ਦੇ ਵਿੱਚ ਉਸ ਦੀ ਮ੍ਰਿਤਕ ਦੇਹ ਸੀ, ਸ਼ਟਰ ਵੀ ਅੱਧਾ ਨੀਚੇ ਗਿਰਿਆ ਹੋਇਆ ਸੀ। ਅੰਦਰ ਗਏ ਤਾਂ ਜ਼ਮੀਨ ਦੇ ਉੱਪਰ ਜਗਵਿੰਦਰ ਦੀ ਮ੍ਰਿਤਕ ਦੇਹ ਦੇਖ ਕੇ ਹਰ ਕੋਈ ਸੁੰਨ ਹੋ ਗਿਆ ਕਿਉਂਕਿ ਕੋਲ ਹੀ ਇੱਕ ਹਥਿਆਰ ਪਿਆ ਸੀ ਤੇ ਇੱਧਰ ਖੂਨ ਨਾਲ ਲਥਪਥ ਜਗਵਿੰਦਰ ਦੀ ਮ੍ਰਿਤਕ ਦੇਹ। ਇਹ ਕਮਰਾ ਖੇਤਾਂ ਦੇ ਵਿੱਚ ਹੀ ਬਣਿਆ ਹੋਇਆ ਸੀ। ਮਹਿੰਤਕੀ ਪਿੰਡ ਦੇ ਵਿੱਚ ਇਹ ਸਾਰੀ ਘਟਨਾ ਵਾਪਰੀ ਹੈ। ਨੇੜਲੇ ਹੀ ਪਿੰਡ ਦੀ ਇੱਕ ਕੁੜੀ ਦੇ ਨਾਲ ਮੁੰਡੇ ਦਾ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਅਤੇ ਉਸ ਤੋਂ ਬਾਅਦ ਦੋਵਾਂ ਨੇ ਪਰਿਵਾਰਿਕ ਮੈਂਬਰਾਂ ਨੂੰ ਮਨਾ ਕੇ ਸਹਿਮਤੀ ਦੇ ਨਾਲ ਇਹ ਰਿਸ਼ਤਾ ਕੀਤਾ ਸੀ ਅਤੇ ਹੁਣ 5 ਮਹੀਨੇ ਬਾਅਦ ਇਹ ਵਿਆਹ ਹੋਣਾ ਸੀ। ਪਰ ਇਸ ਤੋਂ ਪਹਿਲਾਂ ਹੀ ਇੱਕ ਪਿਤਾ ਦੇ ਵੱਲੋਂ ਆਪਣੇ ਪੁੱਤ ਨੂੰ ਮਰਵਾ ਦਿੱਤਾ ਗਿਆ ਅਤੇ ਹੁਣ ਇਸ ਪੂਰੀ ਘਟਨਾ ਦਾ ਪਰਦਾਫਾਸ਼ ਹੋਇਆ। ਮਾਮਲਾ ਤਾਂ ਕੋਈ ਸਮਝ ਨਹੀਂ ਆਈ। ਕੱਲ ਭੋਗ ਤੇ ਗਏ ਹੋਏ ਸੀਗੇ, 11 ਵਜੇ ਘਰੇ ਸੀ ਸਾਰੇ ਅਸੀਂ। ਉਸ ਤੋਂ ਬਾਅਦ 2:30 ਵਜੇ ਆਏ ਅਸੀਂ ਭੋਗ ਤੋਂ। 5 ਵਜੇ ਆਪਾਂ ਨੂੰ ਪਤਾ ਲੱਗਿਆ ਹੈਗਾ। ਖੇਤ ਗਏ ਤਾਂ ਸਾਨੂੰ ਉੱਥੇ ਬੰਦਾ ਸੀਗਾ ਇੱਕ ਸਾਡੇ ਚਾਚੇ ਦਾ, ਉਹਨੇ ਦੱਸਿਆ ਪੁੱਤ ਨੇ ਕਿ ਲਾਈਟ ਨਾ ਲੱਗੇ। ਠੀਕ ਹੈ। ਉਸ ਤੋਂ ਬਾਅਦ ਜਦੋਂ ਜਾ ਕੇ ਦੇਖਿਆ ਹੋਰ ਕਾਫੀ ਇਕੱਠ ਹੋ ਗਿਆ ਤਾਂ ਗੇਟ ਖੋਲ੍ਹਿਆ ਤਾਂ ਉੱਥੇ ਤਾਂ ਕਹੀ ਪਈ ਸੀ। ਨਹੀਂ ਜੀ, ਹੁਣ ਆਪਾਂ ਕੀ ਕਹਾਂਗੇ। ਇਹਦੀ 28 ਸਾਲਾਂ ਦੀ 29ਵੇਂ 'ਚ ਵਿਆਹ ਕਰਨਾ ਸੀ। ਅੱਛਾ ਤਾਂ ਜੀ, 5 ਮਹੀਨੇ ਰਹਿ ਗਏ ਸੀ। ਠੀਕ ਹੈ ਜੀ। ਬੇਟਾ ਸੀ ਮੇਰਾ ਛੋਟਾ। ਤੁਹਾਡਾ ਕੀ ਨਾਮ ਹੈ? ਅਵਤਾਰ। ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ, ਸਾਨੂੰ ਇਨਸਾਫ ਮਿਲਣਾ ਚਾਹੀਦਾ। हाँ, पोस्टमार्टम हो। 18 तारीख को हमें शाम को 7 बजे के करीब एक सूचना मिली थी जिसमें महमदगी गांव में एक मृतक की के बारे में हमें सूचना मिली। तो मौके पर जब SHO साहब पहुंचे तो उन्होंने वेरीफाई करके ये पता लगाया कि ये तो हमने जो मौके पर मौजूद मृतक के पिता थे उनका बयान लिया और उन्होंने अज्ञात व्यक्तियों के खिलाफ तहरीर दी, जिसमें कि फिर बाद में जांच करने पर पता लगाया गया कि इसमें जो मृतक के पिता और मृतक का बड़ा भाई वो दोनों ही शामिल थे इसकी हत्या के पीछे। अभी जिनको इन्होंने पैसे देकर, पता चला है कि 1,20,000 रुपए देकर इन्होंने किसी से ये हत्या करवाई है और उनको अभी पंजाब से लेकर आ रहे हैं उन आरोपियों को और उनको जल्द ही अरेस्ट किया जाएगा। उनकी पहचान होगी, वो 2 आरोपी कौन है? हाँ जी, उनको अभी लेकर आ रहे हैं और जैसे ही हम उनको पकड़ लेंगे वेरीफाई करके पहचान करके फिर आपको इस बारे में। तो जो अभी 2 पेश किए ये कौन है, बाप और भाई हैं जी? हाँ जी, ये एक इनके पिता हैं अवतार सिंह और दूसरे इनके बड़े भाई हैं तरनप्रीत सिंह। मैडम, ये कारण क्या रहा इसका हत्या का? मंशा जमीन का ही मामला था। जो बेटा था उसकी अभी अभी एंगेजमेंट हुई थी और वो अपने हिस्से की जमीन लेकर अलग रहना चाहता था, किंतु पिता ने मना कर दिया और फिर उसी मामले में पिता और बड़े भाई ने मिलकर हत्या करवाई कोई है। पहले भी घरेलू कलेश चलता था मैम इसका? आस पड़ोस में जब हमने बात करी, गांव वालों से पूछताछ की तो उन्होंने बताया कि वैसे इनका कोई बड़े लेवल पे ऐसे कोई कलेश वगैरह नहीं था, पर जमीन को लेकर इनका आपसी विवाद चलता रहता था। इसके अलावा उन्होंने कोई जानकारी ऐसी नहीं दी। जिनसे हत्या करवाई है उन्होंने यही क्लियर हुआ जी, कस्सी से किया जी हत्या? हाँ जी, जो मौके पर वेपन था वो कस्सी थी और अभी तक उन्होंने यही बताया कि कस्सी से ही उन्होंने वार किया था मृतक के शरीर पर। उनकी पहचान जो पंजाब में पकड़े हैं उनकी पहचान गांव की हैं या बाहर के हैं? हाँ जी, वो गांव के ही हैं, लोकल ही हैं। उन्हीं को ही पैसे देकर, पैसों का लालच देकर ये हत्या करवाई गई है। यानी हत्या उन्होंने की है, इन्होंने करवाई है? हाँ जी, इन्होंने पैसे दिए और हत्या जो है उन्होंने मौके पर जाकर ये वारदात की है। बाप बेटा ने बात स्वीकार की है या और कोई सोर्स से ये जानकारी? नहीं, बाप, ये जो पिता है मृतक के और भाई है, इन दोनों ने ही अपना ये बात स्वीकार की है कि इन्होंने 1,20,000 रुपए की फिरौती देकर ये अपना हत्या जो है करवाई गई। मैडम, पुलिस को कैसे शक हुआ कि परिवार के लोगों ने हत्या की है?
ये जब हमने गांव में पूछताछ करी तो एक दो सोर्सेज से हमें पता चला कि इनका आपसी विवाद था। तो फिर उसके बाद तफ्तीश के दौरान जब पूछताछ की गई पिता द्वारा और भाई द्वारा, तो ये पता चला कि इन्होंने ही पैसे देकर। बाप बेटे के अलावा परिवार का और भी सदस्य कोई शामिल हो सकता है, जैसे ननिहाल का नाम ले रहे हैं अभी, इसका नाना भी है, या लड़का है लड़की घरवाली भी बीच में, या परिवार का और भी हो सकते हैं। अभी तक की जो इन्वेस्टिगेशन हमने की है उसमें तो पिता और बड़े भाई का ही इन्वॉल्वमेंट पाया गया है। आगे की तफ्तीश में अगर किसी का इन्वॉल्वमेंट आता है तो उसके बारे में हम आपको जानकारी देंगे। इनका रिमांड लिया जाएगा जी? हाँ जी, इनके रिमांड भी लिया जाएगा और जो भी आगे की जानकारी है कि किसी और का इन्वॉल्वमेंट है या नहीं, परिवार के सदस्य या फिर अन्य कोई बाहरी व्यक्ति का, तो उसकी जानकारी हासिल की जाएगी। मैडम, इन्होंने पहले भी प्रयास किया है इनको मारने का? इसकी अभी तक कोई पुष्टि नहीं की गई है कि पहले कोई प्रयास किया है या नहीं किया गया है इनके द्वारा। बस यही बात सामने आई है कि इनका आपसी विवाद चलता रहा है जमीन को लेकर, पर पहले ऐसा कोई अटेम्प्ट इन्होंने किया है इसकी कोई पुष्टि अभी तक नहीं हुई है। जो हत्या की गई है मैम, वो नशे के हालात में की गई है या वैसे ही नॉर्मली? नहीं, नॉर्मल अभी तक तो यही पता चल रहा है कि नॉर्मल ही की गई है। जो पंजाब में गिरफ्तार किए गए हैं मुख्य आरोपी, उनके नाम वगैरह कोई नहीं, अभी तक उनके नाम सामने नहीं आए हैं। वेरीफाई करके उनकी आइडेंटिटी को नहीं, वो पंजाब में गिरफ्तार हो गए या अभी टीम गई हुई है जी? टीम गई हुई है, अभी गिरफ्तार नहीं हुए? हाँ जी, टीम गई हुई है। इन्होंने नाम तो उजागर किए होंगे तभी टीम गई होगी। उन्होंने अभी 2 लोगों का जो नाम नाम बताया है। ये कल ऑनर किलिंग मामला का बड़ा भाई है ना, जो है इन्होंने अवतार सिंह बताया है और एक का चमकौर सिंह उर्फ काला है, एक का नाम है अवतार सिंह उर्फ गग्गू। तो ये दोनों मेहमदगी गांव के लोकल ही हैं। इनको पैसे देकर इन्होंने हत्या करवाई है और अभी इनको गिरफ्तार करके इनकी आइडेंटिटी को वेरीफाई करके फर्दर इन्वेस्टिगेशन की जाएगी। ऑनर किलिंग मामला है? ऑनर किलिंग का नहीं, इसको प्राइमरीली ये लैंड डिस्प्यूट का मामला है। वो तो अभी इसकी एंगेजमेंट हुई थी, उस संबंध में जब इसने बोला अपने पिता को कि मेरे को इतना हिस्सा चाहिए, तो उसके बाद ये हत्याकांड करवाया गया। थैंक यू मैडम, ये पता है भी कुल इनकी जमीन कितनी थी, कितने का विवाद था जी? जैसे कल 25 एकड़ का आंकड़ा आ रहा था, कोई ऐसा? हाँ जी, तो आधी आधी जमीन, जैसे 2 भाई हैं ये, तो आधा आधा हिस्से की मांग थी। 50 एकड़ है जी कुल इनकी, कोई है सर? इनकी कुल जमीन 23 एकड़ के आसपास, 20 टोटल एकड़ जमीन? के यानी आसपास पिता है। बड़े बेटे को देना चाहता था, इसको नहीं देना चाहता। हाँ जी, मैडम, ये योजना कब बनाई थी इन्होंने? 4 दिन पहले इस घटना से, 2 दिन पहले? ये जो है इनको 20 दिन पहले पैसे दिए गए थे और 20 दिन पहले योजना ये बनाई गई थी। लगभग 20 दिन पहले ये घटना हाँ, की। अभी पूरा गांव, जो ये घटना जिस दिन हुई है उस दिन पूरा गांव शादी में गया हुआ था, तो मौके की फिराक में इन्होंने ये घटना की है। प्लानिंग से की, यानी कि हम बाहर जाएंगे और आप बिल्कुल पूरी प्लानिंग के साथ ये घटना को अंजाम दिया गया है, क्योंकि पूरा गांव शादी में गया हुआ था, तो गांव का कोई भी व्यक्ति खेत में या उसके आसपास कोई नहीं था। तो जैसे ही वो मृतक खेत में गया, उसके पीछे फिर ये लड़के गए और उन्होंने इस घटना को अंजाम दिया। ठीक है मैडम। थैंक यू।